ਰਾਜੇਵਾਲ ਸਾਹਿਬ ਸਾਡੇ ਸ਼ੰਭੂ ਮੋਰਚੇ ਚ ਆ ਕੇ ਬਾਹਾਂ ਉੱਚੀਆਂ ਕਰ ਕਹਿੰਦੇ ਰਹੇ ਹੋ ਨਾ ਜਾਓ ਏ ਨਾ ਜਾਓ, ਬਹਿ ਜਾਓ ਇੱਥੇ ਹੀ। ਉਹ ਤੁਸੀਂ ਸੱਤਿਆਨਾਸ਼ ਕਰ ਦੋਗੇ ਉਹ ਸੰਘਰਸ਼ ਦਾ। ਅੱਛਾ 26 ਨਵੰਬਰ ਨੂੰ ਕਾਮਰੇਡਾਂ ਨੇ ਸਰਕਾਰ ਦੀ ਬੋਲੀ ਬੋਲੀ ਤੇ 26 ਜਨਵਰੀ ਨੂੰ ਵੀ ਸਰਕਾਰ ਦੀ ਬੋਲੀ ਬੋਲੀ। ਇਹਦਾ ਕੋਈ ਮੌਕਾ ਨਹੀਂ ਛੱਡਦੇ। ਜਦੋਂ ਕ੍ਰਾਈਸਿਸ ਆਉਂਦਾ ਇਹ ਚੁੱਪ ਕਰਕੇ ਜਾ ਕੇ ਸਰਕਾਰ ਵੱਲ ਖੜ ਜਾਂਦੇ ਆ। ਉਹ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਨੈਸ਼ਨਲ ਪਾਰਟੀਆਂ ਨੈਸ਼ਨਲ ਪੋਲਿਟਿਕਸ ਕਰਦੀਆਂ, ਨੈਸ਼ਨਲ ਪਾਲਿਸੀਜ਼ 'ਚ ਬਿਲੀਵ ਕਰਦੀਆਂ। ਪੰਜਾਬ ਸੈਂਟਰਿਕ ਜਾਂ ਪੰਜਾਬ ਤੋਂ ਚੱਲਣ ਵਾਲੀ ਉਹਨਾਂ 'ਚ ਕੋਈ ਵੀ ਤੇ ਲੜਾਈ ਤਾਂ ਹੋਂਦ ਦੀ ਕਿਸਾਨੀ ਸੰਘਰਸ਼ 'ਚ ਵੀ ਸੀ, ਉਦੋਂ ਪਹਿਲਾਂ ਵੀ ਸੀ ਤੇ ਹੁਣ ਵੀ ਲੜ ਰਹੇ ਆ। ਕੇਜਰੀਵਾਲ ਦੀਆਂ ਗਰੰਟੀਆਂ ਨੂੰ ਅਕਾਲੀ ਦਲ ਬਾਦਲ ਦੇ ਉਧਰਲੇ ਪਾਸੇ ਬੀਜੇਪੀ ਨੇ ਵੀ ਵੱਡੇ ਚਿਹਰੇ ਜਿਹੜੇ ਖਾਸ ਕਰਕੇ ਦੂਜੀਆਂ ਪਾਰਟੀਆਂ ਦੇ ਲੈ ਕੇ ਮੈਦਾਨ ਦੇ ਵਿੱਚ ਉਤਾਰ ਦਿੱਤੇ। ਦਗੜ ਕੇ ਸਾਡੇ ਬੰਦੇ ਮਾਰੇ, ਉਹਨੂੰ ਜ਼ਮਾਨਤ ਮਿਲ ਗਈ, ਪਰ ਸਾਡੇ ਵਾਲੇ ਬੰਦੇ ਹਜੇ ਵੀ ਅੰਦਰ ਆ। ਜਿਹੜੇ ਵਿਕਟਮ ਸੀ, ਵਿਕਟਮ ਅੰਦਰ ਆ, ਦੂਜਿਆਂ ਨੂੰ ਜ਼ਮਾਨਤ ਮਿਲ ਗਈ। ਕੋਈ ਐਮਐਸਪੀ ਦਾ ਇਸ਼ੂ ਸੋਲਵ ਹੋਇਆ, ਕੋਈ ਕੇਸ ਵਾਪਸ ਹੋਇਆ। ਅੱਜ ਤੱਕ ਮੇਰਾ ਆਪਦਾ ਪਾਸਪੋਰਟ ਹੀ ਨਹੀਂ ਵਾਪਸ ਦੇ ਰਹੇ। ਸੋ ਸਾਡੀ ਪ੍ਰਾਪਤੀ ਕੀ ਆ? ਜਿਹੜੀ ਸਟੇਜ ਦੇ ਉੱਤੇ ਸਿਆਸਤ ਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ, ਉਹ ਚਿਹਰੇ ਇਸ ਟਾਈਮ ਸਿਆਸਤ ਦੇ ਵਿੱਚ ਆ, ਉਸ ਚਿਹਰਿਆਂ ਨੂੰ ਕਿਵੇਂ ਵੇਖਦੇ? ਜਦੋਂ ਅਸੀਂ ਆਪਦੇ ਆਗੂਆਂ ਨੂੰ ਸਵਾਲ ਪੁੱਛਦੇ ਸੀ, ਜਦੋਂ ਤੱਕ ਅੰਦੋਲਨ ਸੀ, ਉਦੋਂ ਤਾਂ ਇਹ ਕਹਿ ਦਿੰਦੇ ਸੀ ਵੀ ਜੇ ਸਵਾਲ ਪੁੱਛਿਆ ਤਾਂ ਇਹ ਮੋਰਚਾ ਦੁਫਾੜ ਕਰਦਾ, ਇਹ ਤਾਂ ਮੋਰਚਾ ਵਿਰੋਧੀ ਹੈ। ਸਰਟੀਫਿਕੇਟ ਵੀ ਮਿਲੇ ਸੀ ਤੁਹਾਨੂੰ, ਪਰ ਹੁਣ ਤਾਂ ਪੁੱਛ ਸਕਦੇ ਆ। ਸਾਡੇ ਤੇ ਜੋ ਕਰਜ਼ੇ ਆ ਉਹਨੂੰ ਅਸੀਂ ਸੋਲਵ ਕਰਤਾ। ਜਾਂ ਸਾਨੂੰ ਇਹ ਨਹੀਂ ਪਤਾ ਸੀ ਵੀ ਜਿਹੜਾ ਖੇਤੀਬਾੜੀ ਮਾਡਲ ਪੰਜਾਬ ਕੋਲੇ ਆ ਉਹ ਪੰਜਾਬ ਦਾ ਹੈ ਹੀ ਨਹੀਂ। ਸਾਡੇ ਕੋਲੇ ਸਾਡੀਆਂ ਫਸਲਾਂ ਸੀ ਜਿਹੜੀਆਂ ਉਹ ਸਾਡੇ ਤੋਂ ਖੋਹ ਲਈਆਂ ਗਈਆਂ। ਭਗਵੰਤ ਮਾਨ ਉੱਥੇ ਜਾ ਕੇ ਬਾਦਲ ਨਾਲ ਲੜਦਾ, ਬਾਦਲ ਕੇ ਭਗਵੰਤ ਮਾਨ ਨਾਲ ਲੜਦੇ ਆ। ਇਹ ਪਾਰਲੀਮੈਂਟ 'ਚ ਵੀ ਆਪਸ 'ਚ ਲੱਗੇ ਆਪਸ 'ਚ ਲੱਗੇ ਰਹਿੰਦੇ ਆ। ਇਹ ਕੋਈ ਪੋਲਿਟਿਕਸ ਤਾਂ ਨਹੀਂ ਹੁੰਦੀ। ਪੋਲਿਟਿਕਸ ਇਜ਼ ਅ ਵੈਰੀ ਸੀਰੀਅਸ ਸਬਜੈਕਟ। ਅਸੀਂ ਤਾਂ ਇਸ ਖਾੜਕੂ ਸੰਘਰਸ਼ 'ਚ ਵੀ ਦੇਖਿਆ ਸੀ ਵੀ ਸਰਕਾਰ ਤੋਂ ਹਥਿਆਰ ਲੈ ਕੇ ਸਾਡੇ ਬੰਦੇ ਮਾਰੇ ਉਹਨਾਂ ਨੇ। ਉਸ ਵੇਲੇ ਉਹਨਾਂ ਨੇ ਜਿਹੜੀ ਇੱਕ ਸਰਪ੍ਰਸਤੀ ਲਈ, ਉਹ KPS ਗਿੱਲ ਤੋਂ ਲੈ ਕੇ ਸੁਮੇਧ ਸੈਣੀ ਤੱਕ ਦੀ ਸਰਪ੍ਰਸਤੀ ਲਈ। ਤਾਂ ਤੁਸੀਂ ਇੱਕ ਸੰਘਰਸ਼ ਕਰ ਰਹੀ ਕੌਮ ਜਿਹੜੀ ਆਪ ਸੰਘਰਸ਼ ਕਰ ਰਹੀ ਆ, ਉਹਨਾਂ ਦੀ ਹੋਂਦ ਦੀ ਲੜਾਈ ਆ, ਤੁਸੀਂ ਉਹਨਾਂ ਨੂੰ ਹੀ ਮਾਰਨ ਲੱਗ ਜਾਂਦੇ ਹੋ। ਫਿਰ ਕਾਹਦੇ ਤੁਸੀਂ ਇਨਕਲਾਬੀ ਤੇ ਸੰਘਰਸ਼ੀ ਹੋਏ? ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਂਦ ਦੀ ਲੜਾਈ ਲੜੀ ਜਾ ਰਹੀ ਸੀ ਦਿੱਲੀ ਦੇ ਬਾਰਡਰਾਂ ਦੇ ਉੱਤੇ। ਅੱਜ ਵੀ ਤੁਹਾਡੀਆਂ ਸਪੀਚਾਂ ਸੀ ਕਿ ਇਹ ਵੀ ਹੋਂਦ ਦੀ ਲੜਾਈ ਆ। ਕਿਵੇਂ ਵੇਖਦੀ ਆ ਸਾਡੀ ਨੌਜਵਾਨੀ? ਦੇਖੋ ਗੱਲ ਇਹ ਆ, ਇਹ ਹੋਂਦ ਦੀ ਲੜਾਈ ਇਸ ਕਰਕੇ ਆ ਵੀ ਜੇ ਸਾਡੀ ਆਪਦੀ ਕੋਈ ਧਿਰ ਹੀ ਨਹੀਂ ਹੋਊ ਜਿਹੜੀ ਸਾਡੀ ਆਵਾਜ਼ ਬਣ ਕੇ ਅਸੈਂਬਲੀ 'ਚ ਗੂੰਜੇ, ਜਿਹੜੀ ਸਾਡੀ ਹੱਕਾਂ ਦੇ ਜੋ ਲੁੱਟ ਖਸੁੱਟ ਹੋਈ ਆ ਉਹਦੀ ਆਵਾਜ਼ ਦਿੱਲੀ ਦੇ ਹਕੂਮਤ ਤੱਕ ਪਹੁੰਚਾਵੇ, ਤੇ ਫਿਰ ਸਾਡੀ ਹੋਂਦ ਕਿੱਥੋਂ ਬਚਦੀ ਆ? ਇਸ ਲਈ ਲੜਾਈ ਤਾਂ ਹੋਂਦ ਦੀ ਕਿਸਾਨੀ ਸੰਘਰਸ਼ 'ਚ ਵੀ ਸੀ, ਉਦੋਂ ਪਹਿਲਾਂ ਵੀ ਸੀ ਤੇ ਹੁਣ ਵੀ ਲੜ ਰਹੇ ਆ। ਅੱਜ ਇੰਪੋਰਟੈਂਟ ਇਹ ਹੋ ਗਿਆ ਵੀ ਵੋਟ ਪੋਲਿਟਿਕਸ 'ਚ ਵੀ ਸਾਡੀ ਇੱਕ ਧਿਰ ਹੋਵੇ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਉੱਥੇ ਜਾ ਕੇ ਕਰੇ, ਤੇ ਉਹ ਮਾਨ ਸਾਹਿਬ ਤੋਂ ਇਲਾਵਾ ਹੋਰ ਕੋਈ ਦਿੰਦੀ ਨਹੀਂ। ਦੂਜੀਆਂ ਪਾਰਟੀਆਂ ਨੂੰ ਕਿਵੇਂ ਵੇਖਦੇ ਆ? ਕੇਜਰੀਵਾਲ ਦੀਆਂ ਗਰੰਟੀਆਂ ਨੂੰ ਅਕਾਲੀ ਦਲ ਬਾਦਲ ਦੇ ਉਧਰਲੇ ਪਾਸੇ ਬੀਜੇਪੀ ਨੇ ਵੀ ਵੱਡੇ ਚਿਹਰੇ ਜਿਹੜੇ ਖਾਸ ਕਰਕੇ ਦੂਜੀਆਂ ਪਾਰਟੀਆਂ ਦੇ ਲੈ ਕੇ ਮੈਦਾਨ ਦੇ ਵਿੱਚ ਉਤਾਰ ਦਿੱਤੇ। ਦੇਖੋ ਉਹ ਤਾਂ ਛਲਾਵੇ ਆ, ਧੋਖਾ। ਜਿੰਨੀ ਦੇਰ ਅਸੀਂ ਉਸ ਧੋਖੇ 'ਚ ਆਉਂਦੇ ਰਹਾਂਗੇ ਉਨੀ ਦੇਰ ਖਤਾ ਖਾਂਦੇ ਰਹਾਂਗੇ। ਸੋ ਦੂਜੀਆਂ ਪਾਰਟੀਆਂ ਉਹਨਾਂ ਦੇ ਇੰਟਰਸਟ ਸਾਡੇ ਨਾਲ ਮੇਲ ਨਹੀਂ ਖਾਂਦੇ। ਇਹ ਗੱਲ ਨੂੰ ਸਮਝ, ਇਸ ਪੂਰੇ ਜਿਹੜੇ ਸਿਲਸਿਲੇ ਨੂੰ ਸਮਝਣ ਦੀ ਜ਼ਰੂਰਤ ਆ। ਉਹ ਪਾਰਟੀਆਂ ਦਿੱਲੀ ਤੋਂ ਚੱਲਦੀਆਂ, ਨੈਸ਼ਨਲ ਪਾਰਟੀਆਂ ਆ, ਨੈਸ਼ਨਲ ਪੋਲਿਟਿਕਸ ਕਰਦੀਆਂ, ਨੈਸ਼ਨਲ ਪਾਲਿਸੀਜ਼ 'ਚ ਬਿਲੀਵ ਕਰਦੀਆਂ। ਪੰਜਾਬ ਸੈਂਟਰਿਕ ਜਾਂ ਪੰਜਾਬ ਤੋਂ ਚੱਲਣ ਵਾਲੀ ਉਹਨਾਂ 'ਚ ਕੋਈ ਵੀ ਧਿਰ ਨਹੀਂ ਆ। ਸੋ ਇਸ ਲਈ ਅੱਜ ਜ਼ਰੂਰੀ ਇਹ ਹੋ ਗਿਆ ਵੀ ਅਸੀਂ ਪੰਜਾਬ ਦੀ ਧਿਰ ਸਿਰਜੀਏ, ਪੰਜਾਬ ਦੀ ਸਿਆਸਤ ਸਿਰਜੀਏ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਕਰੇ ਜਾਂ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕਰੇ। ਉਹ ਸਾਡੇ ਕੋਲੇ ਮਾਨ ਸਾਹਿਬ ਤੋਂ ਇਲਾਵਾ ਹੋਰ ਕੋਈ, ਜਿਵੇਂ ਮੈਂ ਕਿਹਾ ਵੀ ਹੋਰ ਕੋਈ ਵਾਕਿਆ ਹੀ ਨਹੀਂ ਦਿੰਦਾ। ਕਿਸਾਨੀ ਚਿਹਰੇ ਵੀ ਹੁਣ ਚੋਣ ਮੈਦਾਨ ਦੇ ਵਿੱਚ ਆ। ਜਿਹੜੀ ਸਟੇਜ ਦੇ ਉੱਤੇ ਸਿਆਸਤ ਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ, ਉਹ ਚਿਹਰੇ ਇਸ ਟਾਈਮ ਸਿਆਸਤ ਦੇ ਵਿੱਚ ਆ, ਉਸ ਚਿਹਰਿਆਂ ਨੂੰ ਕਿਵੇਂ ਵੇਖਦੇ ਆ? ਦੇਖੋ ਗੱਲ ਇਹ ਹੈ ਬਾਈ ਜੀ ਵੀ ਉਹਨਾਂ ਚਿਹਰਿਆਂ ਨੇ ਸਾਡੀ ਪਿਛਲੇ, ਉਹ ਕਹਿੰਦੇ ਵੀ ਸਾਡੇ ਕੋਲੇ 40 ਸਾਲਾਂ ਦਾ ਤਜਰਬਾ। 40 ਸਾਲਾਂ ਦੇ ਤਜਰਬੇ ਦੀ ਕੋਈ ਤੁਸੀਂ ਆਪਦੀ ਪ੍ਰਾਪਤੀ ਵੀ ਦਿਖਾਓ ਨਾਲ। 40 ਸਾਲਾਂ ਦਾ ਤਜਰਬਾ ਕਹਿਣਾ ਤਾਂ ਇੱਕ ਜਨਰਲ ਗੱਲ ਹੋ ਜਾਂਦੀ ਹੈ। ਤੁਸੀਂ ਪ੍ਰਾਪਤੀ ਕੀ ਕੀਤੀ ਆ 40 ਸਾਲਾਂ ਦੇ ਤਜਰਬੇ ਦੇ ਬਾਅਦ? ਅੱਜ ਵੀ ਕਿਸਾਨ ਅੰਦੋਲਨ 'ਚ ਜਿਹੜੀ ਸਾਡੀ ਜਿੱਤ ਹੋਈ ਆ, ਉਦੋਂ ਬਾਅਦ ਵੀ ਅਸੀਂ ਉੱਥੇ ਹੀ ਖੜੇ ਆ। ਅੱਜ ਕੀ ਹੋਇਆ ਸਾਡੇ ਕਰਜ਼ੇ ਦਾ? ਕੀ ਹੋਇਆ? ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਉਹ ਰੁਕ ਗਈਆਂ। ਲਖੀਮਪੁਰ ਖੀਰੀ ਦੇ ਜਿਹੜੇ ਸਾਡੇ ਬੰਦੇ ਸੀ, ਉਹ ਦੇਖ ਲਓ ਕੱਲ ਪਰਸੋਂ ਜਿਹੜੇ ਬੰਦੇ ਨੇ ਦਗੜ ਕੇ ਸਾਡੇ ਬੰਦੇ ਮਾਰੇ, ਉਹਨੂੰ ਜ਼ਮਾਨਤ ਮਿਲ ਗਈ, ਪਰ ਸਾਡੇ ਵਾਲੇ ਬੰਦੇ ਹਜੇ ਵੀ ਅੰਦਰ ਆ। ਜਿਹੜੇ ਵਿਕਟਮ ਸੀ, ਵਿਕਟਮ ਅੰਦਰ ਆ, ਦੂਜਿਆਂ ਨੂੰ ਜ਼ਮਾਨਤ ਮਿਲ ਗਈ।
ਕੋਈ MSP ਦਾ ਇਸ਼ੂ ਸੋਲਵ ਹੋਇਆ, ਕੋਈ ਕੇਸ ਵਾਪਸ ਹੋਇਆ? ਅੱਜ ਤੱਕ ਮੇਰਾ ਆਪਦਾ ਪਾਸਪੋਰਟ ਹੀ ਨਹੀਂ ਵਾਪਸ ਦੇ ਰਹੇ। ਸੋ ਸਾਡੀ ਪ੍ਰਾਪਤੀ ਕੀ ਆ? ਇਸ ਲਈ ਹੁਣ ਜਦੋਂ ਅਸੀਂ ਆਪਦੇ ਆਗੂਆਂ ਨੂੰ ਸਵਾਲ ਪੁੱਛਦੇ ਸੀ, ਜਦੋਂ ਤੱਕ ਅੰਦੋਲਨ ਸੀ, ਉਦੋਂ ਤਾਂ ਇਹ ਕਹਿ ਦਿੰਦੇ ਸੀ ਵੀ ਜੇ ਸਵਾਲ ਪੁੱਛਿਆ ਤਾਂ ਇਹ ਮੋਰਚਾ ਦੁਫਾੜ ਕਰਦਾ, ਇਹ ਤਾਂ ਮੋਰਚਾ ਵਿਰੋਧੀ ਆ। ਸਰਟੀਫਿਕੇਟ ਵੀ ਮਿਲੇ ਸੀ ਤੁਹਾਨੂੰ? ਹਾਂਜੀ, ਪਰ ਹੁਣ ਤਾਂ ਪੁੱਛ ਸਕਦੇ ਆ। ਹੁਣ ਹੀ ਤੁਸੀਂ ਸਾਨੂੰ ਦੱਸ ਦਿਓ ਵੀ ਤੁਸੀਂ ਜਿਹੜੇ ਲੋਕਾਂ ਨੇ ਆਪਦਾ ਸਭ ਕੁਝ 1.5 ਸਾਲ ਤੱਕ ਉੱਥੇ ਝੋਕਤਾ, ਉਹਨਾਂ ਲਈ ਕੀ ਲੈ ਕੇ ਆਏ ਹੋ? ਇਹ ਸਵਾਲ ਨਾ ਪੁੱਛੀਏ ਅਸੀਂ? ਜੇ ਕੋਈ ਉਹਨਾਂ ਕੋਲੇ ਜਵਾਬ ਕਹਿੰਦੇ ਸੀ ਵਾਪਸ ਕਰਾਉਣ ਵਾਸਤੇ ਗਏ ਸੀ, ਉਹਨਾਂ ਨੂੰ ਅਸੀਂ ਵੀ ਸਵਾਲ ਕਰਦੇ ਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਹੋਰ ਹਿਸਾਬ ਨਾਲ ਮਿਲਦੇ ਸੀ। ਅੱਜ ਜਦੋਂ ਮਿਲਦੇ ਆ ਸਵਾਲ ਕਰਦੇ ਆ, ਉਹ ਕਹਿੰਦੇ ਸੀ ਕਿ ਅੱਜ ਤਾਂ ਸਿਆਸਤ ਦੇ ਵਿੱਚ ਆ ਕਿ ਅਸੀਂ ਜਿੱਤ ਕੇ ਆਏ ਉਥੋਂ ਮੋਰਚਾ। ਤੁਸੀਂ ਕਿਵੇਂ ਵੇਖਦੇ ਹੋ? ਭਾਈ ਜੀ ਦੇਖੋ, ਗੱਲ ਇਹ ਆ, ਇਹ ਗੱਲ ਕਹਿਣੀ ਵੀ 3 ਕਾਨੂੰਨ ਆਏ ਸੀ, 3 ਕਾਨੂੰਨ ਵਾਪਸ ਹੋ ਗਏ, ਹਨਾ? ਐਡੀ ਕੁ ਗੱਲ ਨਹੀਂ ਸੀ ਉਹ। ਗੱਲ ਇਦੋਂ ਵੱਡੀ ਸੀ। ਪਹਿਲਾਂ ਤਾਂ ਸਾਡੇ ਹੱਕਾਂ ਤੇ ਸੈਂਟਰ ਨੇ ਡਾਕਾ ਮਾਰਿਆ ਸੀ। ਕਿਹੜੇ ਹੱਕਾਂ ਤੇ? ਜਿਹੜਾ ਐਗਰੀਕਲਚਰ ਆ ਉਹ ਸਟੇਟ ਸਬਜੈਕਟ ਸੀ, ਉਹ ਸੂਬੇ ਦੇ ਅਧਿਕਾਰ ਸੀ। ਉਹਨੂੰ ਸੈਂਟਰ ਆਪਦੇ ਕੋਲੇ ਲਿਜਾ ਕੇ ਉਹਦੇ ਤੇ ਕਾਨੂੰਨ ਬਣਾ ਦਿੰਦਾ। ਜੇ ਉਹ ਡਾਕਾ ਮਾਰਿਆ, ਕੀ ਆਉਣ ਵਾਲੇ ਸਮੇਂ 'ਚ ਉਹ ਡਾਕਾ ਨਹੀਂ ਵੱਜੂਗਾ ਸਾਡੇ ਹੱਕਾਂ ਤੇ? ਕੀ ਇਹ ਗੱਲ ਨੂੰ ਅਸੀਂ ਸੋਲਵ ਕਰਤਾ? ਜਾਂ ਸਾਡੇ ਤੇ ਜੋ ਕਰਜ਼ੇ ਆ ਉਹਨੂੰ ਅਸੀਂ ਸੋਲਵ ਕਰਤਾ? ਜਾਂ ਸਾਨੂੰ ਇਹ ਨਹੀਂ ਪਤਾ ਸੀ ਵੀ ਜਿਹੜਾ ਖੇਤੀਬਾੜੀ ਮਾਡਲ ਪੰਜਾਬ ਕੋਲੇ ਆ ਉਹ ਪੰਜਾਬ ਦਾ ਹੈ ਹੀ ਨਹੀਂ? ਸਾਡੇ ਕੋਲੇ ਸਾਡੀਆਂ ਫਸਲਾਂ ਸੀ ਜਿਹੜੀਆਂ, ਉਹ ਸਾਡੇ ਤੋਂ ਖੋਹ ਲਈਆਂ ਗਈਆਂ। ਕੀ ਉਹਨੂੰ ਅਸੀਂ ਨਵਾਂ ਖੇਤੀਬਾੜੀ ਮਾਡਲ ਲੈ ਕਿ ਕਿਸਾਨੀ ਸੰਘਰਸ਼ 'ਚ ਦੀ ਗੱਲ ਨਹੀਂ ਹੋਣੀ ਚਾਹੀਦੀ ਸੀ ਵੀ ਡਾਈਵਰਸਿਫਿਕੇਸ਼ਨ ਆਫ ਕ੍ਰੌਪਸ ਦੀ? ਕਿ ਜਿਹੜੇ ਫਸਲ ਅਸੀਂ ਉਗਾਉਣੇ ਆ ਉਹ ਫਸਲ ਅੱਜ ਉਹਦੇ ਤੇ ਗਾਰੰਟੀ MSP ਮਿਲੇ, ਕਿ ਇਹ ਗੱਲ ਨਹੀਂ ਹੋਣੀ ਚਾਹੀਦੀ ਸੀ? ਜਾਂ ਜਿਹੜੀਆਂ ਖੁਦਕੁਸ਼ੀਆਂ ਹੋ ਰਹੀਆਂ ਜਾਂ 750 ਜਾਨਾਂ ਕੁਰਬਾਨ ਹੋਈਆਂ, ਉਹਨਾਂ ਦਾ ਕੋਈ ਪੈਰਵਾਈ, ਉਹਨਾਂ ਦੇ ਪਰਿਵਾਰਾਂ ਦੀ ਕੋਈ ਸਾਂਭ ਸੰਭਾਲ ਨਹੀਂ ਹੋਣੀ ਚਾਹੀਦੀ ਸੀ? ਸਾਨੂੰ ਲਖੀਮਪੁਰ ਖੀਰੀ ਦਾ ਕੋਈ ਇਨਸਾਫ ਨਹੀਂ ਮਿਲਣਾ ਚਾਹੀਦਾ? ਕਿੱਡੇ ਕਿੱਡੇ ਸਵਾਲ ਜਿਹੜੇ ਕਿਸਾਨੀ ਦੇ ਨਾਲ ਰਿਲੇਟਡ ਆ ਉਹ ਖੜੇ ਆ। ਤੇ ਇੱਕ ਗੱਲ ਸਿਰਫ ਕਹਿ ਦੇਣੀ ਵੀ ਕਾਨੂੰਨ ਆਏ ਸੀ, ਕਾਨੂੰਨ ਕੈਂਸਲ ਹੋ ਗਏ, ਔਰ ਕਾਨੂੰਨ ਤਾਂ ਇਹਨਾਂ ਨੂੰ ਬਿਨਾਂ ਪੁੱਛੇ ਕੈਂਸਲ ਕਰਤੇ। ਉਹ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਨੇ ਆ ਕੇ ਕਿਹਾ ਵੀ ਇਹ ਤਾਂ ਚਲੋ ਸਿੱਖਾਂ ਨੂੰ ਅਸੀਂ ਇੱਕ ਤੋਹਫਾ ਦੇ ਰਹੇ ਹਾਂ। ਕਾਨੂੰਨ ਤਾਂ ਕੈਂਸਲ ਕਰਤੇ, FCI ਨੂੰ ਅਬੋਲਿਸ਼ ਕਰ ਰਹੇ ਆ। ਉਹ ਇਦੋਂ ਅਗਲੀ ਲੜਾਈ ਤੇ ਪਹੁੰਚ ਗਏ। ਉਹ FCI ਨੂੰ ਅੱਜ ਖਤਮ ਕਰ ਰਹੇ ਆ, ਜਿਹੜੀ ਏਜੰਸੀ ਸਾਡੀਆਂ ਫਸਲਾਂ 'ਚ ਸਾਡੀਆਂ ਜਿਹੜੀਆਂ ਅਸੀਂ ਜਿਹੜਾ ਲੈ ਕੇ ਜਾਂਦੇ ਆ ਫਸਲਾਂ, ਉਹ ਚੱਕਦੀਆਂ ਮੰਡੀਆਂ 'ਚੋਂ। ਜਦੋਂ FCI ਖਤਮ ਹੋ ਗਈ, ਇਹਦਾ ਮਤਲਬ ਸਾਰੀ ਮੰਡੀ ਓਪਨ ਫੇਰ ਹੋਊਗੀ ਤੇ ਪ੍ਰਾਈਵੇਟਾਈਜੇਸ਼ਨ ਹੋਊਗਾ, ਉਹਦਾ ਪ੍ਰਾਈਵੇਟ ਜਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਾਊਗੀ ਸਾਰੀ ਖੇਡ। ਸੋ ਗੱਲ ਇਹ ਆ ਵੀ ਇਸ ਗੱਲ ਨੂੰ ਅਸੀਂ ਕਿਵੇਂ ਰੋਕਾਂਗੇ? ਇਹਦਾ ਕੋਈ ਜਵਾਬ ਦੇਊਗਾ? ਪੰਜਾਬ ਜਿਸ ਹਾਲਾਤ 'ਚੋਂ ਲੰਘ ਰਿਹਾ ਇਸ ਵੇਲੇ, ਸਾਡੇ ਕੋਲੇ ਰੈਵਨਿਊ ਨੂੰ ਅਸੀਂ ਜਨਰੇਟ ਕਿਵੇਂ ਕਰਾਂਗੇ? ਅੱਜ ਉਹ ਸਿਆਸਤ 'ਚ ਆ ਗਏ, ਉਹਨਾਂ ਨੂੰ ਪੁੱਛੋ ਤਾਂ ਸਹੀ, ਕੋਈ ਬਲੂਪ੍ਰਿੰਟ ਹੈ? ਰੈਵਨਿਊ ਜਨਰੇਸ਼ਨ ਕਿਵੇਂ ਹੋ? ਸਾਡੀ ਐਸੈਟ ਮੈਨੇਜਮੈਂਟ ਕਿਵੇਂ ਹੋ? ਸਾਡੀ ਰਿਸੋਰਸਸ ਮੈਨੇਜਮੈਂਟ ਨੂੰ ਕਿਵੇਂ ਕੀਤਾ ਜਾਊਗਾ? ਕਿਵੇਂ ਤੁਸੀਂ ਇੱਥੇ ਜੌਬਸ ਕ੍ਰੀਏਟ ਕਰੋਗੇ? ਕੋਈ ਬਲੂਪ੍ਰਿੰਟ ਹੈ? ਨਹੀਂ, ਕੋਈ ਬਲੂਪ੍ਰਿੰਟ ਨਹੀਂ। ਬਸ ਸਿੱਧੇ ਉੱਥੋਂ ਆ ਕੇ ਸਿਆਸਤ 'ਚ ਤੇ ਅਸੀਂ ਚੋਣਾਂ ਲੜ ਰਹੇ ਹਾਂ, ਪਰ ਪੰਜਾਬ ਨੂੰ ਕੋਈ ਵਿਜ਼ਨ ਦੇ ਰਹੇ ਹੋ ਤੁਸੀਂ? ਕੋਈ ਸਟਰਕਚਰਲ ਚੇਂਜ ਦੇ ਰਹੇ ਹੋ ਤੁਸੀਂ? ਕੁਛ ਨਹੀਂ ਜੀ। ਉਧਰਲੇ ਪਾਸੇ ਕਾਮਰੇਡੀ ਵਿਚਾਰਧਾਰਾ ਵੀ ਹੈਗੀ ਆ, ਜਿੱਧਰਲੇ ਪਾਸੇ ਤੁਸੀਂ ਧਿਰ ਨਾਲ ਖੜੇ ਹੈਗੇ ਆ। ਸਿਮਰਜੀਤ ਸਿੰਘ ਮਾਨ, ਇਹਨਾਂ ਨੂੰ ਕਿਵੇਂ ਵੇਖਦੇ ਆ ਤੇ ਬਾਕੀ ਸਾਰੀ ਲੀਡਰਸ਼ਿਪ ਨੂੰ ਕਿਵੇਂ ਵੇਖਦੇ ਆ? ਤੁਸੀਂ ਆਪਣੀ ਵੀ ਪਾਰਟੀ ਬਣਾਈ ਸੀ, ਆਪਣੀ ਪਾਰਟੀ ਤੌਰ ਤੇ ਕਿਉਂ ਨਹੀਂ ਲੜੇ ਪੰਜਾਬ ਦੇ ਵਿੱਚ? ਨਹੀਂ ਜੀ, ਉਹ ਪਾਰਟੀ ਨਹੀਂ ਆ, ਜਥੇਬੰਦੀ ਆ। ਜਥੇਬੰਦੀ ਅੱਜ ਵੀ ਖੜੀ ਆ ਤੇ ਉਹ ਮਾਨ ਸਾਹਿਬ ਦੇ ਨਾਲ ਅਸੀਂ ਸਾਰੀ ਜਥੇਬੰਦਕ ਤੌਰ ਤੇ ਹੀ ਲੱਗੇ ਹੋਏ ਆ। ਦੂਜੀ ਗੱਲ ਇਹ ਆ ਵੀ ਤੁਸੀਂ ਜਿਹੜਾ ਸਵਾਲ ਪੁੱਛਿਆ ਵੀ ਇੱਕ ਤਾਂ ਮਾਨ ਸਾਹਿਬ ਨੂੰ ਕਿਵੇਂ ਦੇਖਦੇ ਆ? ਬਿਲਕੁਲ। ਦੂਜੇ ਪਾਸੇ ਕਾਮਰੇਡੀ ਵਿਚਾਰਧਾਰਾ ਵੀ ਆ, ਰਾਜੇਵਾਲ ਜੀ ਲਾ ਲਈਏ, ਦੂਜੇ ਸਾਰੇ ਜਿਹੜੇ ਹੋਰ ਕਾਮਰੇਡੀ ਵਿਚਾਰਧਾਰਾ ਵੀ ਉਹਦੇ ਵਿੱਚ। ਦੇਖੋ, ਮਾਨ ਸਾਹਿਬ ਨੂੰ ਕਿਵੇਂ ਦੇਖਦੇ ਆ? ਮਾਨ ਸਾਹਿਬ ਦੇ ਪਿਛਲੇ 4 ਦਹਾਕਿਆਂ ਦਾ ਸਫ਼ਰ ਜੋ ਹੈ, ਉਹ ਮਾਨ ਸਾਹਿਬ ਨੂੰ ਆਪਦੇ ਆਪ 'ਚ ਹੀ ਪ੍ਰਭਾਸ਼ਿਤ ਕਰ ਜਾਂਦਾ ਵੀ ਆਪਾਂ ਮਾਨ ਸਾਹਿਬ ਨੂੰ ਕਿਵੇਂ ਦੇਖਦੇ ਆ। ਮਾਨ ਸਾਹਿਬ ਦੀ ਪਹਿਲੀ ਜੋ ਪਾਰਲੀਮੈਂਟ 'ਚ ਸਪੀਚ ਪਈ ਆ, ਤੁਸੀਂ ਉਹ ਸੁਣ ਕੇ ਦੇਖ ਲਿਓ। ਉਹਦੇ 'ਚ ਤੁਹਾਨੂੰ ਆਪਦੇ ਆਪ ਇਹ ਗੱਲ, ਉਹਨਾਂ ਦੀ ਪਰਿਭਾਸ਼ਾ, ਉਹਨਾਂ ਨੂੰ ਡਿਫਾਈਨ ਕਿਵੇਂ ਕਰਨਾ, ਇਹ ਸਮਝ ਆਜੂ। ਜੋ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਸਾਡੇ ਲੀਡਰ ਨੇ ਜਾ ਕੇ ਕੀਤੀ ਆ ਉੱਥੇ, ਜੋ ਢੁਕਵੇਂ ਲਫ਼ਜ਼ ਉੱਥੇ ਬੋਲੇ ਆ, ਉਹ ਅੱਜ ਤੱਕ ਕਿਸੇ ਹੋਰ ਲੀਡਰ ਨੇ ਬੋਲੇ ਤਾਂ ਮੈਨੂੰ ਦੱਸੋ। ਉਹ ਤਾਂ ਉੱਥੇ ਐਂਟਰਟੇਨਮੈਂਟ ਕਰਨ ਜਾਂਦੇ ਆ। ਭਗਵੰਤ ਮਾਨ ਉੱਥੇ ਜਾ ਕੇ ਬਾਦਲ ਕਿਆਂ ਨਾਲ ਲੜਦਾ, ਬਾਦਲ ਕੇ ਭਗਵੰਤ ਮਾਨ ਨਾਲ ਲੜਦੇ ਆ। ਇਹ ਪਾਰਲੀਮੈਂਟ 'ਚ ਵੀ ਆਪਸ 'ਚ ਲੱਗੇ ਰੰਜਿਸ਼ ਆ। ਹਾਂਜੀ, ਆਪਸ 'ਚ ਲੱਗੇ ਰਹਿੰਦੇ ਆ। ਇਹ ਕੋਈ ਪੋਲਿਟਿਕਸ ਤਾਂ ਨਹੀਂ ਹੁੰਦੀ। ਪੋਲਿਟਿਕਸ ਇਜ਼ ਅ ਵੈਰੀ ਸੀਰੀਅਸ ਸਬਜੈਕਟ। ਦੈਨ ਦੂਜੀ ਗੱਲ, ਕਾਮਰੇਡਾਂ ਨੂੰ ਕਿਵੇਂ ਦੇਖਦੇ ਆ? ਕਾਮਰੇਡ ਆ ਨਾ ਜਿਹੜੇ ਸਾਡੇ ਇੱਥੋਂ ਦੇ ਪੰਜਾਬ ਦੇ,
ਉਹ ਬਾਕੀ ਦੇਸ਼ ਦੇ ਕਾਮਰੇਡਾਂ ਤੋਂ ਬੜੇ ਵੱਖਰੇ ਆ। ਸਾਡੇ ਇੱਥੋਂ ਦੇ ਕਾਮਰੇਡ ਸਰਕਾਰ ਦਾ ਦਿੱਲੀ ਦਾ ਟੂਲ ਬਣਦੇ ਆ ਸਾਡੇ ਹੀ ਖਿਲਾਫ। ਉਹ ਪਿਛਲੇ ਸਮੇਂ 'ਚ ਜਿੰਨੇ ਵੀ ਸੰਘਰਸ਼ ਉੱਠੇ ਉਹਨਾਂ ਦੇ ਟੂਲ ਬਣ ਕੇ ਜਾਂ ਤਾਂ ਲੇਖ ਲਿਖਣਗੇ ਜਾਂ ਉਹ ਆਪਦੀਆਂ ਵੱਡੀਆਂ ਵੱਡੀਆਂ ਰੈਲੀਆਂ ਕੱਢਣਗੇ। ਜੋ ਵੀ ਉਹਨਾਂ ਦੀ ਰੈਲੀ ਨਿਕਲਦੀ ਆ ਉਹਦੇ 'ਚ ਸਾਡੇ ਬੰਦਿਆਂ ਨੂੰ ਹੀ ਭੰਡਣਗੇ, ਇੱਥੋਂ ਦੇ ਸੰਘਰਸ਼ੀ ਬੰਦਿਆਂ ਦੇ ਖਿਲਾਫ ਸਾਜ਼ਿਸ਼ਾਂ ਘੜਨਗੇ। ਤੇ ਅਸੀਂ ਤਾਂ ਇਸ ਖਾੜਕੂ ਸੰਘਰਸ਼ 'ਚ ਵੀ ਦੇਖਿਆ ਸੀ ਵੀ ਸਰਕਾਰ ਤੋਂ ਹਥਿਆਰ ਲੈ ਕੇ ਸਾਡੇ ਬੰਦੇ ਮਾਰੇ ਉਹਨਾਂ ਨੇ। ਉਸ ਵੇਲੇ ਉਹਨਾਂ ਨੇ ਜਿਹੜੀ ਇੱਕ ਸਰਪ੍ਰਸਤੀ ਲਈ, ਉਹ KPS ਗਿੱਲ ਤੋਂ ਲੈ ਕੇ ਸੁਮੇਧ ਸੈਣੀ ਤੱਕ ਦੀ ਸਰਪ੍ਰਸਤੀ ਲਈ। ਤਾਂ ਤੁਸੀਂ ਇੱਕ ਸੰਘਰਸ਼ ਕਰ ਰਹੀ ਕੌਮ ਜਿਹੜੀ ਆਪ ਸੰਘਰਸ਼ ਕਰ ਰਹੀ ਆ, ਉਹਨਾਂ ਦੀ ਹੋਂਦ ਦੀ ਲੜਾਈ ਆ, ਤੁਸੀਂ ਉਹਨਾਂ ਨੂੰ ਹੀ ਮਾਰਨ ਲੱਗ ਜਾਂਦੇ ਹੋ। ਫਿਰ ਕਾਹਦੇ ਤੁਸੀਂ ਇਨਕਲਾਬੀ ਤੇ ਸੰਘਰਸ਼ੀ ਹੋਏ? ਸੋ ਜਿਹੜਾ ਪੰਜਾਬ ਦਾ ਕਾਮਰੇਡ ਆ, ਇਹਨਾਂ ਨੇ ਤਾਂ ਹਮੇਸ਼ਾ 26 ਨਵੰਬਰ ਨੂੰ ਸਰਕਾਰ ਦੀ ਬੋਲੀ ਬੋਲੀ। ਇਹਨਾਂ ਨੇ ਜਦੋਂ ਕਹਿੰਦੇ ਸੀ ਬਰਾੜੀ ਚੱਲੋ ਤੇ ਮੋਰਚਾ ਸੰਗਤ ਨੇ ਸਿੰਘੂ ਗੱਡਤਾ ਤੇ ਉਧਰ ਆਪਣੇ ਟਿਕਰੀ ਗੱਡਤਾ, ਅਦਰਵਾਈਜ਼ ਇਹ ਤਾਂ ਬਰਾੜੀ ਲੈ ਕੇ ਜਾਣ। ਉਹਨਾਂ ਨੇ ਤੇ ਇਹ ਵੀ ਕਿਹਾ ਸੀ ਕਿ ਅਸੀਂ ਇੱਥੋਂ ਨਹੀਂ ਅੱਗੇ ਜਾਵਾਂਗੇ, ਜੇ ਸਾਨੂੰ ਹਰਿਆਣੇ ਦੇ ਜਿੰਵੜ ਦਿੱਤਾ ਜਾਊਗਾ ਇੱਥੇ ਬਹਿ ਜਾਾਂਗੇ। ਹੋ ਸਕਦਾ ਤੁਹਾਡੇ ਵਰਗੇ ਨੌਜਵਾਨ ਅੱਗੇ ਸੀ ਤੇ ਤੁਸੀਂ ਲੈ ਕੇ ਗਏ। ਸਾਰਿਆਂ ਨੇ ਜਿਹੜੇ ਨੌਜਵਾਨ ਜਿਹੜੇ ਖੜੇ ਹੈਗੇ, ਹਾਂਜੀ, ਉਹਨਾਂ ਨੇ ਉਹ ਜ਼ਿੰਮੇਵਾਰੀ ਨਿਭਾਈ। ਅੱਛਾ, 26 ਨਵੰਬਰ ਨੂੰ ਕਾਮਰੇਡਾਂ ਨੇ ਸਰਕਾਰ ਦੀ ਬੋਲੀ ਬੋਲੀ ਤੇ 26 ਜਨਵਰੀ ਨੂੰ ਵੀ ਸਰਕਾਰ ਦੀ ਬੋਲੀ ਬੋਲੀ। ਇਹ ਤਾਂ ਕੋਈ ਮੌਕਾ ਨਹੀਂ ਛੱਡਦੇ। ਜਦੋਂ ਕ੍ਰਾਈਸਿਸ ਆਉਂਦਾ ਇਹ ਚੁੱਪ ਕਰਕੇ ਜਾ ਕੇ ਸਰਕਾਰ ਵੱਲ ਖੜ ਜਾਂਦੇ ਆ। ਅਸੀਂ ਇੱਕ ਸਵਾਲ ਕੀਤਾ ਸੀ ਲੀਡਰ ਨੂੰ, ਉਹਨਾਂ ਦੀ ਪਾਰਟੀ ਵੱਲੋਂ ਖੜਾ ਹੈਗਾ ਵਾ ਰਾਜੇਵਾਲ ਸਾਹਿਬ ਵੱਲੋਂ, ਤੇ ਮੈਨੂੰ ਪੁੱਛਿਆ ਕਿ 26 ਜਨਵਰੀ ਨੂੰ ਕਿਵੇਂ ਵੇਖਦੇ ਆ। ਤੇ ਜਦੋਂ ਬਾਬਾ ਬਘੇਲ ਸਿੰਘ ਦੀ ਗੱਲ ਹੋਈ, ਉਹ ਕਹਿੰਦੇ ਕਿ ਬਹੁਤ ਵਧੀਆ ਕੰਮ ਕੀਤਾ ਸੀ ਬਾਬਾ ਬਘੇਲ ਸਿੰਘ ਨੇ ਜਦੋਂ 26 ਜਨਵਰੀ ਤੇ ਲਹਿਰਾਇਆ ਕੇਸਰੀ ਨਿਸ਼ਾਨ। ਤੇ ਉਹ ਕਹਿੰਦੇ ਕਿ ਜਿਹੜਾ ਹੁਣ 26 ਜਨਵਰੀ ਲਹਿਰਾਇਆ ਉਹ ਦੀਪ ਸਿੱਧੂ ਨੇ ਬਹੁਤ ਮਾੜੀ ਕੀਤੀ। ਹਾਂ, ਫਿਰ ਤੁਸੀਂ ਆਪ ਹੀ ਪੁੱਛੋ ਵੀ ਜਦੋਂ ਇਹਨੂੰ ਹਿਸਟੋਰਿਸਾਈਜ਼ ਕਰਕੇ ਦੇਖੀਏ ਇਸ ਗੱਲ ਨੂੰ, ਵੀ ਜਦੋਂ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਝੂਲੇ ਆ ਲਾਲ ਕਿਲੇ ਤੇ, ਉਦੋਂ ਤਾਂ ਬਹੁਤ ਵਧੀਆ। ਪਰ ਹੁਣ ਜਦੋਂ ਝੂਲ ਗਏ, ਕਿਉਂ? ਮੈਂ ਤੁਹਾਨੂੰ ਇੱਕ ਇਹਦਾ ਹੀ ਵਜ੍ਹਾ ਦੱਸਦਾ। 26 ਨਵੰਬਰ ਨੂੰ ਇਹਨਾਂ ਨੂੰ ਇਹ ਲੱਗਿਆ ਵੀ ਸਾਡੇ ਹੱਥੋਂ ਲੀਡਰਸ਼ਿਪ ਖੁੱਸ ਗਈ। 26 ਨਵੰਬਰ ਨੂੰ ਜਦੋਂ ਗਏ, ਉਗਰਾਹਾਂ ਸਾਹਿਬ ਇੱਥੇ ਬੈਠੇ ਰਹੇ ਖਨੌਰੀ, ਰਾਜੇਵਾਲ ਸਾਹਿਬ ਸਾਡੇ ਸ਼ੰਭੂ ਮੋਰਚੇ 'ਚ ਆ ਕੇ ਬਾਹਾਂ ਉੱਚੀਆਂ ਕਰ ਕਹਿੰਦੇ ਰਹੇ ਹੋ ਨਾ ਜਾਓ, ਨਾ ਜਾਓ, ਬਹਿ ਜਾਓ ਇੱਥੇ ਹੀ, ਉਹ ਤੁਸੀਂ ਸਤਿਆਨਾਸ਼ ਕਰ ਦੋਗੇ ਉਹ ਸੰਘਰਸ਼ ਦਾ। ਅੱਛਾ, ਫੇਰ ਜਦੋਂ ਲੋਕ ਤੁਰ ਪਏ, ਉਦੋਂ 2 ਦਿਨ ਬਾਅਦ ਲੱਤਾਂ ਘੜੀਸਦੇ ਦਿੱਲੀ ਪਹੁੰਚੇ, ਉਦੋਂ ਇਹਨਾਂ ਨੂੰ ਇਹ ਲੱਗਿਆ ਵੀ ਸਾਡੇ ਹੱਥੋਂ ਸੰਘਰਸ਼ ਦੀ ਵਾਗਡੋਰ ਨਿਕਲ ਗਈ ਤੇ ਇੱਥੇ ਤਾਂ ਨਵੀਂ ਲੀਡਰਸ਼ਿਪ ਬਣੂਗੀ। ਪਰ ਆਪਣੇ ਕਿਸੇ ਦੇ ਜ਼ਿਹਨ 'ਚ ਇਹ ਗੱਲ ਹੀ ਨਹੀਂ ਸੀ ਵੀ ਆਪਾਂ ਲੀਡਰਸ਼ਿਪ ਲੈਣੀ ਆ। ਆਪਾਂ ਤਾਂ ਇਹਨਾਂ ਨੂੰ ਹੀ ਕਿਹਾ ਵੀ ਬਜ਼ੁਰਗੋ ਆਓ, ਤੁਸੀਂ ਹੀ ਲੀਡਰ ਹੋ। ਕਿਉਂ ਵਿਰੋਧ ਹੋਇਆ? ਇੱਕ ਮਿੰਟ, ਸਟੇਜ ਲਾ ਕੇ ਆਪਾਂ ਦੇਤਾ ਜੀ। 26 ਜਨਵਰੀ ਨੂੰ ਵੀ ਇਹਨਾਂ ਨੂੰ ਇਹ ਲੱਗਿਆ ਜੇ ਅਸੀਂ ਇਹ ਗੱਲ ਮੰਨ ਗਏ ਵੀ ਲਾਲ ਕਿਲੇ ਤੇ ਜਿਹੜੇ ਬੰਦੇ ਗਏ ਆ ਉਹ ਸਾਡੇ ਆ ਤੇ ਸਾਡੇ ਹੱਥੋਂ ਲੀਡਰਸ਼ਿਪ ਫੇਰ ਖੁੱਸੂਗੀ। ਕਿਉਂ? ਉੱਥੇ ਨਾਮ ਇੱਕ ਚਮਕ ਗਿਆ ਦੀਪ ਸਿੱਧੂ ਦਾ, ਚਾਹੇ ਉਹਨੇ ਨਿਸ਼ਾਨ ਸਾਹਿਬ ਚਲਾਏ ਚਾਹੇ ਨਾ ਚਲਾਏ, ਉਹ ਤਾਂ ਸੰਗਤ ਰੂਪੀ ਇੱਕ ਕੰਮ ਹੋਇਆ ਨਾ, ਪਰ ਨਾ ਚਮਕ ਗਿਆ ਦੀਪ ਸਿੱਧੂ ਦਾ। ਲੀਡਰਸ਼ਿਪ ਲੋਕ ਹੁਣ ਅਥਾਰਟੀ ਉਹਦੀ ਮੰਨਣ ਲੱਗ ਜਾਣਗੇ ਤੇ ਇਸ ਕਰਕੇ ਆਪਦੀ ਪੋਜੀਸ਼ਨ ਦਾ ਡਰ ਬਾਈ, ਇਨਸਿਕਿਉਰਿਟੀ ਬਹੁਤ ਵੱਡੀ ਗੱਲ ਆ। ਇਹ ਤੰਗ ਨਜ਼ਰੀ ਜਦੋਂ ਹੋਵੇ ਨਾ ਲੀਡਰਸ਼ਿਪ 'ਚ, ਇਹੀ ਗੱਲ ਹੁੰਦੀ ਆ। ਤੇ ਇਸ ਕਰਕੇ ਉਹਨਾਂ ਨੇ ਇਮੀਡੀਏਟ ਐਕਸ਼ਨ ਲਿਆ। ਸਰਕਾਰ ਤੋਂ ਪਹਿਲਾਂ ਇਹ ਗੱਲ ਸਿਰਜੀ ਵੀ ਨਹੀਂ ਬਹੁਤ ਗਲਤ ਹੋ ਗਿਆ। ਹਾਲਾਂਕਿ ਗਲਤ ਕੀ ਹੋਇਆ? ਨਾ ਆਪਾਂ ਤਿਰੰਗੇ ਨੂੰ ਛੇੜਿਆ, ਆਪਾਂ ਤਾਂ ਕਿਸਾਨੀ ਝੰਡਾ ਤੇ ਖਾਲਸਾਈ ਨਿਸ਼ਾਨ ਸਾਹਿਬ ਹੀ ਚਲਾਏ ਆ ਨਾ, ਉਸੇ ਦੇ ਅਧੀਨ ਆਪਣਾ ਸੰਘਰਸ਼ ਲੜਿਆ ਜਾ ਰਿਹਾ ਸੀ ਨਾ। ਸੋ ਗੱਲ ਇਹ ਆ ਵੀ ਇਹ ਜਿਹੜਾ ਸਭ ਕੁਝ ਸਿਰਜਿਆ ਗਿਆ ਇਹ ਬੜੀ ਵੱਡੀ ਸਾਜ਼ਿਸ਼ ਸੀ। ਜਦੋਂ ਟਰੈਕਟਰ ਤੋਂ ਕਹਿਤਾ ਖਾਲਸਾਈ ਨਿਸ਼ਾਨ ਜਿਹੜੇ ਲਾ ਲਓ, ਇੱਕ ਸਮਾਂ ਉਹ ਵੀ ਆਇਆ ਸੀ। ਹਾਂਜੀ ਹਾਂਜੀ, ਉਹ ਤਾਂ ਇਹਨਾਂ ਨੇ ਬੜੇ ਉੱਥੇ ਇਹੋ ਜਿਹੀਆਂ ਗੱਲਾਂ ਸਾਡੇ ਸਾਹਮਣੇ ਲੈ ਕੇ ਆਏ ਜਿਹੜੀਆਂ ਪੰਥ ਵਿਰੋਧੀ ਵੀ ਸੀ, ਕੌਮ ਵਿਰੋਧੀ ਵੀ ਸੀ, ਪੰਜਾਬ ਵਿਰੋਧੀ ਵੀ ਸੀ। ਨੌਜਵਾਨੀ ਨੂੰ ਕੀ ਕਹਿਣਾ ਚਾਹੋਗੇ? ਵੋਟਾਂ ਆ ਗਈਆਂ ਵਾ, ਕੁਝ ਦਿਨ ਰਹਿ ਗਏ ਆ। ਇਮਾਨ ਸਿੰਘ ਮਾਨ ਵੀ ਇੱਥੇ ਖੜੇ ਸੀ। ਮਾਨ ਸਾਹਿਬ ਲਾਗੇ ਆ ਜਾਓ ਇੱਕ ਵਾਰੀ, ਤੁਸੀਂ ਵੀ ਮੜਾ ਜਾ। ਤੇ ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਇਹਨਾਂ ਦੇ ਹੱਕ 'ਚ ਖੜੇ ਹੋ, 3 ਦਿਨ ਤੁਸੀਂ ਉਧਰਲੇ ਪਾਸੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੱਕ 'ਚ ਪ੍ਰਚਾਰ ਕਰਕੇ ਆਏ ਹੋ। ਨੌਜਵਾਨੀ ਨੂੰ ਕੀ ਸੁਨੇਹਾ? ਨਹੀਂ, ਨੌਜਵਾਨੀ ਨੂੰ ਇਹੀ ਸੁਨੇਹਾ ਦੇਣਗੇ ਵੀ ਸਾਨੂੰ ਮਾਣ ਆ ਸਾਡੀ ਨੌਜਵਾਨੀ ਤੇ। ਬੜੀ ਕਾਬਲੀਅਤ ਨਾਲ, ਬੜੀ ਜ਼ਿੰਮੇਵਾਰੀ ਨਾਲ ਉਹਨਾਂ ਨੇ ਕਿਸਾਨੀ ਸੰਘਰਸ਼ ਲੜਿਆ। ਇਹਨਾਂ ਤੋਂ ਬਿਨਾਂ ਕਿਸਾਨੀ ਸੰਘਰਸ਼ ਨਹੀਂ ਲੜਿਆ ਜਾ ਸਕਦਾ ਸੀ। ਇਸੇ ਤਰ੍ਹਾਂ ਉਹੀ ਜ਼ਿੰਮੇਵਾਰੀ ਤੇ ਕਾਬਲੀਅਤ ਹੁਣ ਚੋਣਾਂ ਦੇ ਸਿਲਸਿਲੇ 'ਚ ਨੌਜਵਾਨੀ ਦਿਖਾਊ ਤੇ ਇਹਦੀ ਆਸ ਆ ਮੈਨੂੰ ਆਪਦੇ ਲੀਡਰਾਂ ਦਾ, ਆਪਦੇ ਜਰਨੈਲਾਂ ਦੀ ਉਹ ਸਹੀ ਪਹਿਚਾਣ ਕਰੂਗੀ। ਤੇ ਇੰਨੀ ਕੁ ਗੱਲ ਉਹਨਾਂ ਨੂੰ ਇਹ ਕਹਿਣੀ ਆ ਵੀ ਬਾਈ ਸਾਡਾ ਪਰਿਵਾਰਕ ਸਾਂਝ ਆ, ਹੁਣ ਕੌਮੀ ਸਾਂਝ ਆ। ਗੱਲ ਵੋਟਾਂ ਦੀ ਨਹੀਂ ਆ, ਗੱਲ ਜ਼ਮੀਰਾਂ ਦੀ ਆ,
ਤੇ ਆਪਦੇ ਜਰਨੈਲਾਂ ਤੇ ਸਾਡੇ ਆਗੂਆਂ ਨੂੰ ਹੁਣ ਪਿੱਠ ਨਾ ਦਿਖਾਈਏ। ਰਾਜੇਵਾਲ ਸਾਹਿਬ ਸਾਡੇ ਸ਼ੰਭੂ ਮੋਰਚੇ 'ਚ ਆ ਕੇ ਬਾਹਾਂ ਉੱਚੀਆਂ ਕਰ ਕਰ ਕਹਿੰਦੇ ਰਹੇ ਹੋ ਨਾ ਜਾਓ, ਨਾ ਜਾਓ, ਬਹਿ ਜਾਓ ਇੱਥੇ ਹੀ, ਉਹ ਤੁਸੀਂ ਸੱਤਿਆਨਾਸ਼ ਕਰ ਦੋਗੇ ਉਹ ਸੰਘਰਸ਼ ਦਾ।